ਨਮਸਕਾਰ ਜੀ, ਲੀਡ ਅਪ ਸੋਸ਼ਲੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਤੁਹਾਡਾ ਆਪਣਾ ਜਤਨ ਇੱਕ ਵਾਰੀ ਫੇਰ ਸਵਾਗਤ ਕਰਦਾ। ਪੰਜਾਬ ਵਿੱਚ 2022 ਦੇ ਇਲੈਕਸ਼ਨਾਂ ਦੀ ਜਿਹੜੀ ਗਰਮੀ ਹੈ ਉਹ ਚਰਮ ਤੇ ਹੈ। ਹਰ ਇੱਕ ਪਾਰਟੀ ਰੋਜ਼ ਕੁਛ ਨਾ ਕੁਛ ਨਵਾਂ ਲਿਆ ਰਹੀ ਹੈ ਔਰ ਜਨਤਾ ਦੀ ਅਦਾਲਤ 'ਚ ਪੇਸ਼ ਹੋ ਰਹੀ ਹੈ। ਅੱਜ ਆਪਣੇ ਚੁਣਾਵੀ ਬੁਲੇਟਿਨ ਵਿੱਚ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜੋ ਕਿ ਇੱਕ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਰਾਜਨੀਤੀ ਵਿੱਚ ਪੰਜਾਬ 'ਚ ਹੀ ਨਹੀਂ ਪੂਰੇ ਦੇਸ਼ ਵਿੱਚ ਨਾ ਉਹਨੇ ਨਾਮ ਕਮਾਇਆ। ਇੱਕ ਇਹੋ ਜਿਹੀ ਸ਼ਖਸੀਅਤ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਟੀਮ ਦਾ ਇੱਕ ਅਹਿਮ ਹਿੱਸਾ ਹੈ। ਆਓ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਜੀ ਸ਼੍ਰੀ ਵਿਜੇ ਸਾਂਪਲਾ ਜੀ ਦੇ ਨਾਲ। ਸਰ, ਮੈਂ ਤੁਹਾਡਾ ਸਵਾਗਤ ਕਰਦਾ ਜੀ। ਨਮਸਕਾਰ ਜੀ। ਸਰ, ਇੱਕ ਸਧਾਰਨ ਪਰਿਵਾਰ ਤੋਂ ਨਿਕਲ ਕੇ ਪੰਜਾਬ ਦੀ ਨਹੀਂ ਦੇਸ਼ ਦੀ ਰਾਜਨੀਤੀ ਤੇ ਪਹੁੰਚਣ ਦਾ ਜਿਹੜਾ ਸਫ਼ਰ ਆ ਸਰ, ਉਹਦੇ ਬਾਰੇ ਕੋਈ ਚਾਨਣ ਪਾਓ ਜੀ। ਇਹ ਤਾਂ ਜਨਤਾ ਦਾ ਪਿਆਰ ਸੀ ਕਿ ਮੈਂ ਇੱਕ ਆਮ ਆਦਮੀ ਤੋਂ ਉੱਠਿਆ ਔਰ ਸਰਪੰਚ ਬਣਿਆ ਔਰ ਸਰਪੰਚ ਦੇ ਬਾਕੀ ਸਾਰੇ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਮੈਂ ਕੇਂਦਰ 'ਚ ਮੰਤਰੀ ਵੀ ਬਣਿਆ। ਅੱਜ ਮੈਂ ਚੇਅਰਮੈਨ ਐਸਸੀ ਕਮਿਸ਼ਨ ਵੀ ਹਾਂ ਔਰ ਕੇਂਦਰ ਕੈਬਨਿਟ ਮਿਨਿਸਟਰ ਦਾ ਵੀ ਦਰਜਾ ਹੈ। ਔਰ ਹੁਣ ਪਾਰਟੀ ਦਾ ਹੁਕਮ ਹੈ ਕਿ ਵੀ ਮੈਂ ਚੁਣਾਵ ਲੜਾਂ ਔਰ ਇਸ ਲਈ ਮੈਂ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਚੇਅਰਮੈਨ ਆਪਣੇ ਆਪ 'ਚ ਬਹੁਤ ਵੱਡੀ ਪਦਵੀ ਹੁੰਦੀ ਹੈ, ਪਰ ਕਿਉਂਕਿ ਜਦੋਂ ਪਾਰਟੀ ਕਹਿੰਦੀ ਹੈ ਤਾਂ ਜੋ ਕਹਿੰਦੀ ਉਹਦਾ ਹੁਕਮ ਵੀ ਮੰਨਣਾ ਹੁੰਦਾ ਹੈ। ਤਾਂ ਉਹਦੇ ਲਈ ਅਸੀਂ ਅੱਜ ਪਾਰਟੀ ਦੇ ਉਸ 'ਤੇ ਆਦੇਸ਼ ਨੂੰ ਮੰਨਦੇ ਹੋਏ ਅੱਜ ਅਸੀਂ ਚੁਣਾਵ ਜਿਹੜਾ ਵਿਧਾਨ ਸਭਾ ਦਾ ਫਗਵਾੜਾ ਦਾ ਚੁਣਾਵ ਲੜ ਰਹੇ ਹਾਂ। ਫਗਵਾੜਾ ਦਾ ਚੁਣਾਵ ਮੈਂ ਵਿਧਾਨ ਸਭਾ ਤਾਂ ਪਹਿਲੀ ਵਾਰ ਲੜ ਰਿਹਾ, ਪਰ ਫਗਵਾੜਾ ਦੇ ਲੋਕ ਮੇਰੇ ਤੋਂ ਪਹਿਲੀ ਵਾਰ ਨਹੀਂ ਜਾਣੂ ਨੇ ਬਹੁਤ ਚੰਗੀ ਤਰ੍ਹਾਂ। ਉਹਨਾਂ ਦਾ ਮੈਂ ਜਾਣਿਆ, ਪਰਖਿਆ ਔਰ ਉਹਨਾਂ ਦੀਆਂ ਆਸ਼ਾਵਾਂ ਉਮੀਦਾਂ 'ਤੇ ਖਰਾ ਉਤਰਿਆ ਉਮੀਦਵਾਰ ਰਿਹਾ। ਔਰ ਜਦੋਂ ਮੈਂ MP ਬਣ ਕੇ ਆਇਆ ਤਾਂ ਇੱਥੇ ਦੀਆਂ ਜਿੰਨੀਆਂ ਵੀ ਸਮੱਸਿਆ ਸੀ, ਉਹ ਇੱਕ ਵੱਡੀ ਸਮੱਸਿਆ ਇੱਥੇ ਪੁਲ ਦੀ ਸੀ ਜਿਹੜਾ ਤੁਸੀਂ ਦੇਖ ਰਹੇ ਹੋ ਅੱਜ। ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਜਿਹਦੇ ਕਈ ਰੁਕਾਵਟਾਂ ਉਹਦੇ ਵਿੱਚ ਹਰਡਲ ਸੀਗੀਆਂ। ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਹੀ ਨਹੀਂ ਕੀਤਾ, ਉਹਨੂੰ ਅੱਜ ਬਣਾ ਕੇ ਵੀ ਦਿਖਾਤਾ। NRI ਇਹ ਸਾਰਾ ਦੁਆਬਾ NRI ਬਿਲਟ ਹੋਣ ਕਰਕੇ ਲੋਕਾਂ ਦੀ ਡਿਮਾਂਡ ਸੀ ਇੱਥੇ ਏਅਰਪੋਰਟ ਬਣੇ। ਉਹ ਵੀ ਤੁਸੀਂ ਜਾਣਦੇ ਹੋ ਕਿ ਅਸੀਂ ਏਅਰਪੋਰਟ ਬਣਾਇਆ। NRI ਇਸ ਹਲਕੇ ਦੇ ਸਾਰਾ ਦੁਆਬਾ ਹੋਣ ਅਤੇ ਫਗਵਾੜਾ ਦੀ ਬਹੁਤ ਵੱਡੇ NRI ਦਾ ਏਰੀਆ। ਔਰ ਇੱਥੇ ਪਾਸਪੋਰਟ ਬਣਾਉਣ ਲਈ ਵੀ ਲੋਕਾਂ ਨੂੰ ਦੂਸਰੇ ਜਲੰਧਰ ਜਾਂ ਦੂਸਰੀ ਜਗ੍ਹਾ 'ਤੇ ਜਾਣਾ ਪੈਂਦਾ ਸੀ, ਪਰ ਅਸੀਂ ਪਾਸਪੋਰਟ ਆਫਿਸ ਵੀ ਆਪਣੇ ਹੋਣ 'ਚ ਇੱਥੇ ਵੀ ਬਣਾਇਆ। ਔਰ ਨਾਲ ਜਿਹੜੀ ਆ ਇੱਥੇ ਹੁਸ਼ਿਆਰਪੁਰ ਤੋਂ ਜਿਹੜਾ ਹੁਸ਼ਿਆਰਪੁਰ ਫਗਵਾੜਾ ਲਿੰਕ ਰੋਡ ਦੀ ਅਪਰੂਵਲ ਵੀ ਕਰਾਈ ਸੀ। ਇੱਥੇ ਹੀ ਜਿਹੜੀ ਪੀਟਰ ਇੰਜਣ ਜਿਹੜੀ ਇੰਡਸਟਰੀ ਹੱਬ ਜਿਹੜੀ ਆ ਉਸ ਨੂੰ ਦੀ ਡਿਮਾਂਡ ਸੀ ਕਿ ਇੱਥੇ ਇੰਜਣ ਦੇ ਵਿੱਚ ਸਾਨੂੰ ਮਸ਼ੀਨਰੀ ਜਿਹੜੀ ਇੰਪੋਰਟ ਕਰਨ ਦੀ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ। ਅਤੇ ਸਰਕਾਰ ਨੇ ਉਹ ਕਿਉਂਕਿ ਬਹੁਤ ਮਹਿੰਗੀ ਮਸ਼ੀਨਰੀ ਸੀਗੀਆਂ ਅਤੇ ਉਹ 18 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਹੀ ਇਸ ਫਗਵਾੜਾ ਦੀ ਧਰਤੀ 'ਤੇ ਹੀ ਅਲਮੋਨੀਅਮ ਕਾਸਟ ਆਇਰਨ ਦੇ ਉੱਤੇ ਹੀ ਅਸੀਂ ਕਲਸਟਰ ਬਣਾਇਆ ਸੀ, ਜਿਹਦੇ ਨਾਲ ਕਿ ਲੋਕ ਉਹ ਆਪਣੇ ਪੁਰਜੇ ਕਲਪੁਰਜੇ ਵਗੈਰਾ ਬਣਾਉਣ ਦੇ ਵਿੱਚ ਉਹਨਾਂ ਨੂੰ ਸਹਾਇਕ ਹੋਏਗੀ ਔਰ ਉਹਨਾਂ ਦੀ ਕੁਆਲਿਟੀ 'ਚ ਵੀ ਸੁਧਾਰ ਹੋਏਗਾ ਅਤੇ ਇੰਟਰਨੈਸ਼ਨਲ ਸਟੈਂਡਰਡ ਦਾ ਇੱਥੇ ਇੰਜਣ ਬਣ ਸਕੇਗਾ, ਉਹਦੇ ਪਾਰਟ ਬਣ ਸਕਣਗੇ। ਅਸੀਂ ਜਿਹੜੀ ਆ ਉਹਦੀ ਟੈਕਨੀਕ ਵੀ ਮਿਲੇਗੀ ਅਤੇ ਉਹਦੇ 'ਚ ਸਹਾਇਤਾ ਵੀ ਹੋਰ ਵੀ ਸਹਾਇਤਾ ਮਿਲੇਗੀ ਅਤੇ ਉਹ ਟੈਕਨੀਕਲੀ ਜਿਹੜੀ ਸਪੋਰਟ ਮਿਲਣੀ ਹੈ ਉਹਨਾਂ ਬਹੁਤ ਵੱਡਾ ਅਸਰ ਪਿਆ ਹੈ। ਔਰ ਨਾਲ ਜਦੋਂ ਇੱਥੇ ਇੰਡਸਟਰੀ ਏਰੀਆ ਵੀ ਸੀ, ਪਰ ਇੱਥੇ ਪਾਰਸਲ ਆਫਿਸ ਨਹੀਂ ਸੀ ਰੇਲਵੇ ਦਾ। ਇਹ ਜਾਂ ਤਾਂ ਜਲੰਧਰ ਜਾਂਦੇ ਸੀ ਜਾਂ ਲੁਧਿਆਣਾ, ਔਰ ਇੰਡਸਟਰੀ ਸਿਟੀ ਜਿਹੜਾ ਸੀ ਉਹ ਫਗਵਾੜਾ ਵੀ ਹੈ। ਮੈਂ ਇੱਥੇ ਜਦੋਂ ਆਇਆ ਤਾਂ ਇੱਥੇ ਪਾਰਸਲ ਆਫਿਸ ਵੀ ਲੋਕਾਂ ਦੀ ਡਿਮਾਂਡ 'ਤੇ ਬਣਾਇਆ। ਹੁਸ਼ਿਆਰਪੁਰ ਤੋਂ ਟ੍ਰੇਨ ਨਹੀਂ ਸੀ ਚੱਲਦੀ, ਉਹ ਵੀ ਚਲਾਈ ਜਿਹੜੀ ਕਿ ਫਗਵਾੜਾ ਰੁਕ ਕੇ ਹੀ ਜਾਂਦੀ ਹੈ, ਆਉਣ ਜਾਣ ਦੋਨੇ ਤਰ੍ਹਾਂ ਇੱਥੇ ਫਗਵਾੜਾ ਤੋਂ ਰੁਕ ਕੇ ਹੀ ਚੱਲਦੀ ਹੈ। ਸੋ ਬਹੁਤ ਸਾਰੇ ਪ੍ਰੋਜੈਕਟ ਸੀ, GST ਦੀਆਂ ਸਮੱਸਿਆਵਾਂ ਸੀ, ਬਹੁਤ ਸਾਰੀਆਂ ਸਮੱਸਿਆ ਸੀ। ਸਾਰੀਆਂ ਸਮੱਸਿਆ ਨੂੰ ਮੈਂ ਸੁਣਿਆ ਵੀ ਸੀ, ਸਮਝਿਆ ਵੀ ਸੀ ਅਤੇ ਸਮਾਧਾਨ ਵੀ ਉਹਨਾਂ ਦਾ ਹੱਲ ਕਰਕੇ ਵੀ ਦਿੱਤਾ। ਸੋ ਇਹ ਜਿਹੜਾ ਮੇਰੇ ਲਈ ਇੱਕ ਨਵਾਂ ਚੀਜ਼ ਹੈ ਕਿ ਲੋਕਾਂ ਦੇ ਵਿੱਚ ਮੈਂ ਜਾਣਿਆ ਪਛਾਣਿਆ ਹੈ। ਔਰ ਪਹਿਲਾਂ ਮੈਂ ਜਦੋਂ MP ਦਾ ਇਲੈਕਸ਼ਨ ਲੜਿਆ ਸੀ ਤਾਂ ਮੈਂ ਸਾਰਿਆਂ ਨੂੰ ਕਿਹਾ ਸੀ, ਉਸ ਤੋਂ ਪਹਿਲਾਂ ਜਦੋਂ ਆਉਂਦਾ ਸੀ ਤਿਆਰੀ ਕਰਦਾ ਸੀ, ਮੈਂ ਇਹ ਕਹਿੰਦਾ ਸੀ ਕਿ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ, ਜਿਹੜੀ ਅਸੀਂ TV 'ਤੇ ਰੋਜ਼ ਐਡ ਦੇਖਦੇ ਹਾਂ। ਪਰ ਨਾ ਹੁਣ ਮੈਂ ਇਹ ਕਹਿਣਾ ਕਿ ਤੁਸੀਂ ਇਸਤੇਮਾਲ ਵੀ ਕੀਤਾ, ਹੁਣ ਵਿਸ਼ਵਾਸ ਵੀ ਕੀਤਾ ਔਰ ਉਸ ਵਿਸ਼ਵਾਸ ਨੂੰ ਇੱਕ ਦ੍ਰਿੜਤਾ ਦੇ ਨਾਲ ਔਰ ਮਜ਼ਬੂਤ ਵਿਸ਼ਵਾਸ ਜਿਹੜਾ ਹੋਰ ਪੱਕਾ ਵਿਸ਼ਵਾਸ ਹੋਵੇ
ਉਹਦੇ ਲਈ ਅਸੀਂ ਆਪਾਂ ਇਸ ਦਾ ਚੁਣਾਵ ਕਰੀਏ ਔਰ ਤਾਂ ਕਿ ਜਿਹੜੀਆਂ ਮੈਂ ਬਾਕੀ ਸਮੱਸਿਆਵਾਂ ਸਾਰੀਆਂ ਦਾ ਸਮਾਧਾਨ ਕਰ ਸਕਾਂ, ਐਸਾ ਜਿਹੜਾ ਮੈਂ ਅੱਜ ਲੋਕਾਂ ਦੇ ਨਾਲ ਵਾਅਦਾ ਵੀ ਕਰਦਾ। ਸਰ ਤੁਸੀਂ ਨਰਿੰਦਰ ਮੋਦੀ ਦੀ ਟੀਮ ਦੇ ਅਹਿਮ ਹਿੱਸਾ ਨੂੰ, ਔਰ ਪੰਜਾਬ ਦੇ ਇਲੈਕਸ਼ਨਾਂ ਵਿੱਚ ਹਰ ਇੱਕ ਪਾਰਟੀ ਪੰਜਾਬ ਮਾਡਲ ਸਾਹਮਣੇ ਲੈ ਕੇ ਆ ਰਹੀ ਹੈ। ਸਰ ਬੀਜੇਪੀ ਦਾ ਇਹੋ ਜਿਹਾ ਕਿਹੜਾ ਮਾਡਲ ਆ ਜਿਹੜਾ ਕਿ ਉਹ ਲੋਕਾਂ ਅੱਗੇ ਪੰਜਾਬ ਦੇ ਉਥਾਨ ਲਈ ਜਾਂ ਪੰਜਾਬ ਦੀ ਤਰੱਕੀ ਲਈ ਅੱਗੇ ਸਰ ਪੇਸ਼ ਕਰੇਗੀ? ਦੇਖੋ, ਭਾਰਤੀ ਜਨਤਾ ਪਾਰਟੀ ਨੇ ਨਾਅਰਾ ਦਿੱਤਾ ਨਵਾਂ ਪੰਜਾਬ ਭਾਜਪਾ ਦੇ ਨਾਲ। ਨਵਾਂ ਪੰਜਾਬ ਦਾ ਮਤਲਬ ਇਹ ਹੈ ਕਿ ਅਸੀਂ ਲੋਕਾਂ ਦੇ ਵਿੱਚ ਜਿਹੜੀ ਮਾਨਸਿਕਤਾ ਤਬਦੀਲ ਹੋ ਚੁੱਕੀ ਹੈ। ਅੱਜ ਭਾਈਚਾਰਕ ਸਾਂਝ ਸਾਡੀ ਖਤਮ ਹੋ ਚੁੱਕੀ ਹੈ। ਭਾਈ ਭਰਾ ਆਪਸ ਵਿੱਚ ਦੁਸ਼ਮਣ ਬਣ ਚੁੱਕੇ ਆ। ਭਾਈਚਾਰਕ ਸਾਂਝ ਖਤਮ ਹੋ ਚੁੱਕੀ ਆ। ਪੰਜਾਬ ਨੂੰ ਅਸੀਂ ਗੁਰੂਆਂ ਦਾ ਉਹ ਸੰਦੇਸ਼ ਦਿੱਤੇ, ਸਾਂਝੀਵਾਲਤਾ ਦੇ ਸੰਦੇਸ਼ ਵਾਲਾ ਸੂਬਾ ਮੰਨਦੇ ਆ। ਅੱਜ ਉਹ ਕਿਤੇ ਸੂਬਾ ਜਿਹੜਾ ਆ ਉਹ ਸਾਂਝੀਵਾਲਤਾ ਵਾਲੀ ਗੱਲ ਕਰਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਮਾਨਸਿਕਤਾ ਦੇ ਵਿੱਚ ਬਹੁਤ ਬਦਲਾਅ ਹੋਇਆ। ਅਤੇ ਉਸ ਮਾਨਸਿਕਤਾ ਨੂੰ ਠੀਕ ਕਰਨਾ ਦਾ ਮਤਲਬ ਹੈ ਕਿ ਨਵਾਂ ਪੰਜਾਬ ਜਿਹੜਾ ਇਸ ਮਾਨਸਿਕਤਾ ਨੂੰ ਠੀਕ ਕਰਨਾ ਚਾਹੁੰਦਾ, ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੁੰਦਾ। ਉਹ ਜਿਹੜਾ ਨਵਾਂ ਸੋਚ ਜਿਹੜੀ ਹੈ ਉਸ ਨੂੰ ਡਿਵੈਲਪ ਕਰਨਾ, ਔਰ ਉਸ ਸੋਚ ਨੂੰ ਡਿਵੈਲਪ ਕਰਦੇ ਹੋਏ ਜਿਹੜਾ ਤੁਸੀਂ ਦੇਖਿਆ ਹੋਣਾ ਬਹੁਤ ਸਾਰੀ ਜਗ੍ਹਾ 'ਤੇ ਹੋਰਡਿੰਗ ਵੀ ਲੱਗੇ ਹੋਣਗੇ ਕਿ ਭਾਜਪਾ ਦਾ ਨਾਅਰਾ ਖੁਸ਼ਹਾਲੀ ਅਤੇ ਭਾਈਚਾਰਾ। ਖੁਸ਼ਹਾਲੀ ਵਿਕਾਸ ਦਾ ਹੈ, ਪਰ ਵਿਕਾਸ ਕਦੋਂ ਹੋਏਗਾ? ਜਦੋਂ ਸਾਡਾ ਭਾਈਚਾਰਾ ਮਜ਼ਬੂਤ ਹੋਏਗਾ। ਭਾਈਚਾਰਾ ਮਜ਼ਬੂਤ ਹੋਏਗਾ ਤਾਂ ਵਿਕਾਸ ਹੋਏਗਾ। ਵਿਕਾਸ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਚੀਜ਼ ਨੂੰ ਕਰਾਂਗੇ। ਵਿਕਾਸ ਤਾਂ ਸਰਵ ਵਿਆਪੀ, ਸਰਵਾਂਗੀਣ ਜਿਹੜਾ ਜਿਹਨੂੰ ਕਹਿੰਦੇ ਚਾਰੋਂ ਤਰਫ ਚੌਪੱਖਾ ਜਿਹੜਾ ਆ ਉਹ ਵਿਕਾਸ ਹੋਏਗਾ। ਇੰਡਸਟਰੀ ਵੀ ਆਏਗੀ, ਔਰ ਇੰਡਸਟਰੀ ਜਿਹੜੀ ਆ ਖੇਤੀ ਆਧਾਰਿਤ, ਜਿਹੜੀਆਂ ਫਸਲਾਂ ਦੇ ਆਧਾਰਿਤ ਹੀ ਇੰਡਸਟਰੀ ਲੱਗੇ, ਉਹ ਵੀ ਸਿਸਟਮ ਸ਼ੁਰੂ ਹੋਏਗਾ। ਰੁਜ਼ਗਾਰ ਦੇ ਸਾਧਨ ਮਿਲਣ ਅਤੇ ਉਹ ਉਦੋਂ ਹੀ ਹੋਣਗੇ ਜਦੋਂ ਸਾਡਾ ਭਾਈਚਾਰਾ ਮਜ਼ਬੂਤ ਹੈ। ਸੋ ਭਾਰਤੀ ਜਨਤਾ ਪਾਰਟੀ ਦਾ ਤਾਂ ਇਹ ਨਾਅਰਾ ਵੀ ਹੈ ਕਿ ਅਸੀਂ ਮਜ਼ਬੂਤ ਜਿਹੜਾ ਭਾਈਚਾਰਕ ਨੂੰ ਮਜ਼ਬੂਤੀ ਕਰਨੀ ਹੈ। ਔਰ ਜਿਹੜਾ ਅਸੀਂ ਬਾਰਡਰ ਦੇ ਉੱਤੇ ਬੈਠੇ ਹਾਂ, ਤੁਸੀਂ ਰੋਜ਼ ਦੇਖਦੇ ਹਾਂ ਕਿ ਰੋਜ਼ ਕੋਈ ਨਾ ਕੋਈ ਹਮਲਾਵਰ ਕੋਈ ਨਾ ਕੋਈ ਚਾਲਾਂ ਕਰਦਾ। ਸਾਡਾ ਦੁਸ਼ਮਣ ਜਿਹੜਾ ਆ, ਦੁਸ਼ਮਣ ਦੇਸ਼ ਪਾਕਿਸਤਾਨ ਅਸੀਂ ਸਾਰੇ ਜਾਣਦੇ ਹਾਂ, ਉਹ ਕਦੀ ਡਰੋਨ ਨਾਲ ਅਸਲਾ ਸਿੱਟਦਾ ਆ, ਕਦੀ ਉਹ ਅਟੈਕ ਵੀ ਕੀਤੇ ਆ। ਔਰ ਜਦੋਂ ਪ੍ਰਧਾਨ ਮੰਤਰੀ ਸੁਰੱਖਿਆ ਦੀ ਗੱਲ ਆਈ ਤਾਂ ਉਦੋਂ ਵੀ ਇੱਥੇ ਕਿਸ਼ਤੀ ਫੜੀ ਗਈ। ਤੁਸੀਂ ਆਪ ਸਾਰੇ ਦੇਖਦੇ ਆ ਕਿ ਉਹ ਬਹੁਤ ਸਾਰੀਆਂ ਜਿਹੜੀਆਂ ਊਣਤਾਈਆਂ ਇੱਥੇ ਆ ਰਹੀਆਂ, ਪਰ ਉਹ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਕਿਤੇ ਨਾ ਕਿਤੇ ਨਾਕਾਮੀਆਂ ਦਾ ਜਿਹੜਾ ਕੰਮ ਸੀ, ਉਹ ਉਹਨਾਂ ਦੀ ਗਲਤ ਸੋਚ ਦੇ ਲੋਕ ਉੱਥੇ ਬੈਠੇ ਸੀ। ਉਹਨਾਂ ਨੂੰ ਜਿਹੜਾ ਹਟਣਗੇ ਤਾਂ ਸਹੀ ਸੋਚ ਦੇ ਲੋਕ ਜਾਣਗੇ ਅਤੇ ਇਸ ਨਵੇਂ ਪੰਜਾਬ ਦਾ ਜਿਹੜਾ ਸਰਵਾਂਗੀਣ ਵਿਕਾਸ ਹੋਏਗਾ। ਸਰ ਜਿੰਨੇ ਵੀ ਸਰਵੇ ਹੋ ਰਹੇ ਨੇ, ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਪਹਿਲ ਦਿੱਤੀ ਜਾ ਰਹੀ ਹੈ, ਭਾਜਪਾ ਕਿੱਥੇ ਹੈ ਸਰ? ਭਾਜਪਾ ਆਪਣੀ ਮਜ਼ਬੂਤੀ ਦੀ ਵੱਲ ਨੂੰ ਵੱਧ ਰਹੀ ਹੈ, ਆਪਣੀ ਸਫਲਤਾ ਵੱਲ ਨੂੰ ਵੱਧ ਰਹੀ ਹੈ। ਅੱਜ ਤੋਂ 3 ਮਹੀਨੇ ਪਹਿਲਾਂ ਕੌਣ ਕਹਿੰਦਾ ਸੀ ਭਾਰਤੀ ਜਨਤਾ ਪਾਰਟੀ ਚੁਣਾਵ ਵੀ ਲੜੇਗੀ? ਤੁਹਾਡੇ 'ਚੋਂ ਦੱਸੋ ਕੋਈ ਆਪਸ ਵਿੱਚ ਗੱਲ ਕਰਦਾ ਸੀ? ਅੱਜ ਦੀ ਗੱਲ ਹੈ ਕਿ ਬਾਕੀ ਸਾਰੀਆਂ ਪਾਰਟੀਆਂ ਦੇ ਲੋਕ ਹਟ ਕੇ ਭਾਰਤੀ ਜਨਤਾ ਪਾਰਟੀ 'ਚ ਵਿਸ਼ਵਾਸ ਕਰ ਰਹੇ, ਔਰ ਉਹਨਾਂ 'ਚ ਵੀ 80% ਜਿਹੜੇ ਲੋਕ ਆ ਕੌਣ ਨੇ? ਜਿਹੜੇ ਕਿਸਾਨ ਸੀ, ਜਿਹੜੇ ਅੰਦੋਲਨ ਕਰ ਰਹੇ ਸੀ, ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਜਿਨ੍ਹਾਂ ਦੇ ਉੱਤੇ ਕਹਿ ਦਿੱਤਾ ਜਾਂਦੇ ਭਾਰਤੀ ਜਨਤਾ ਛਾਪ ਅਲੱਗ ਤਰੀਕੇ ਦਾ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਭਾਰਤੀ ਜਨਤਾ ਪਾਰਟੀ ਐਸੀ ਹੈ ਜਿਹਨੇ ਕਿਸਾਨਾਂ ਲਈ ਕੰਮ ਕੀਤਾ ਹੈ। ਸੋ ਉਹਨਾਂ ਨੂੰ ਵੀ ਪਤਾ ਸੀ। ਅੱਜ ਲੋਕ ਛੱਡ ਕੇ ਕਿਹਦੇ 'ਚ ਵਿਸ਼ਵਾਸ ਦਾ, ਜਿਹੜੀਆਂ ਇਹਨਾਂ ਪਾਰਟੀਆਂ ਨੂੰ ਜਿਨ੍ਹਾਂ ਨੂੰ ਛੱਡ ਕੇ ਇਹ ਜਿਹੜੀਆਂ ਮੈਂ ਕੱਲ੍ਹ ਦੱਸ ਰਿਹਾ, ਇਹਨਾਂ 'ਚ ਛੱਡ ਕੇ ਰੋਜ਼ ਤੁਸੀਂ ਦੇਖਦੇ ਹੋ, ਅਤੇ ਇਹਦਾ ਮਤਲਬ ਲੋਕਾਂ ਦਾ ਵਿਸ਼ਵਾਸ ਕਿਹਦੇ ਵੱਲ ਵੱਧ ਰਿਹਾ? ਭਾਰਤੀ ਜਨਤਾ ਪਾਰਟੀ। ਜੇ ਲੋਕ ਵਿਸ਼ਵਾਸ ਵੱਧ ਰਿਹਾ ਤਾਂ ਮਤਲਬ ਜਨਤਾ 'ਚ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਇੱਕ ਅੱਛੀ ਸੋਚ ਨਾਲ ਅੱਗੇ ਵਧਣ ਦਾ ਅੱਜ ਮਾਹੌਲ ਬਣਿਆ ਹੋਇਆ, ਔਰ ਇਸ ਕਰਕੇ ਡੇ ਬਾਏ ਡੇ ਅਗਰ ਤਰੱਕੀ ਕਰ ਰਹੀ ਹੈ ਤਾਂ ਭਾਰਤੀ ਜਨਤਾ ਪਾਰਟੀ ਇੱਥੇ ਵੀ ਆਪਣਾ ਜਿਹੜਾ ਸਿੱਕਾ ਜਮਾਏਗੀ ਔਰ ਪੰਜਾਬ 'ਚ ਸਰਕਾਰ ਬਣਾਏਗੀ। ਸਰ ਅਕਾਲੀ ਦਲ ਨੂੰ ਛੱਡ ਕੇ ਪਹਿਲਾ ਚੁਣਾਵ ਭਾਰਤੀ ਜਨਤਾ ਪਾਰਟੀ ਜਿਹੜਾ ਕਿ ਕੈਪਟਨ ਜੀ ਕਿੱਦਾਂ ਸਰਕਾਰ ਬਣਾ ਪਾਓਗੇ? ਸਰਕਾਰ ਦੇਖੋ, ਭਾਰਤੀ ਜਨਤਾ ਪਾਰਟੀ ਆਪਣਾ ਗਠਬੰਧਨ ਧਰਮ ਬਹੁਤ ਅੱਛਾ ਖੂਬੀ ਨਾਲ ਨਿਭਾਉਂਦੀ ਹੈ। ਅਸੀਂ ਅਕਾਲੀ ਦਲ ਨਾਲ ਗਠਬੰਧਨ ਸੀ, ਬਹੁਤ ਅੱਛੀ ਤਰ੍ਹਾਂ ਬਖੂਬੀ ਨਿਭਾਇਆ, ਪਰ ਸਾਥ ਛੱਡਿਆ ਕਿਹਨੇ? ਅਕਾਲੀ ਦਲ ਨੇ। ਅੱਜ ਮੈਨੂੰ ਕਈ ਮੀਡੀਆ ਵਾਲੇ ਕਹਿੰਦੇ ਜੀ ਉਹ ਤਾਂ ਕਹਿੰਦੇ ਤੁਸੀਂ ਛੱਡਿਆ। ਮੈਂ ਕਿਹਾ ਸਾਥ ਤੋਂ ਉਹ ਛੱਡ ਗਿਆ। ਉਹ 3 ਦਿਨ ਪਹਿਲਾਂ ਜਿੱਦਣ ਰਿਜ਼ਾਈਨ ਦੇਣ ਤੋਂ ਪਹਿਲਾਂ 3 ਦਿਨ ਪਹਿਲਾਂ ਤਾਂ ਉਹ ਸਟੇਟਮੈਂਟ ਦੇ ਰਹੇ ਸੀ ਕਿ ਬਹੁਤ ਅੱਛਾ ਜਿਹੜਾ ਇਹ ਜਿਹੜੇ ਬਿੱਲ ਨੇ, 3 ਦਿਨ ਬਾਅਦ ਛੱਡ ਗਏ। ਔਰ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਛੱਡ ਕੇ ਜਾਵਾਂਗੇ ਤਾਂ ਸ਼ਾਇਦ ਕਿਸਾਨਾਂ ਦਾ ਅਸੀਂ ਲੀਡਰ ਬਣ ਜਾਣਾ, ਔਰ ਉਹਨਾਂ ਨੇ ਕਿਸੇ ਨੇ ਪੁੱਛਿਆ ਵੀ ਨਹੀਂ ਉਹਨਾਂ ਨੂੰ।
ਸੋ ਉਹਨਾਂ ਨੂੰ ਕਿਸੇ ਔਰ ਕਾਂਗਰਸ ਵਾਲੇ ਵੀ ਇਸੇ ਹੱਥ 'ਚ ਗਏ ਸੀ, ਆਮ ਆਦਮੀ ਪਾਰਟੀ 'ਚ ਵੀ ਇਸੇ ਕਰਕੇ ਚੱਕੀ ਜਾਂਦੇ ਸੀ ਕਿ ਉਹਨਾਂ ਦੇ ਕੋਲ ਇਹ ਬਣ ਜਾਏਗੀ ਨਹੀਂ ਸੀ। ਕਾਂਗਰਸ ਨੂੰ ਤਾਂ ਇਹ ਸੀ ਕਿ ਕਿਸੇ ਤਰੀਕੇ ਨਾਲ ਬੀਜੇਪੀ ਨੂੰ ਰੋਕਣਾ ਹੈ, ਔਰ ਇਸੇ ਕਰਕੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਰੋਕਿਆ। ਪ੍ਰਧਾਨ ਮੰਤਰੀ ਦੀ ਸੁਰੱਖਿਆ ਜਿਹੜੀ ਸੀ ਉਸ ਵੇਲੇ ਤਾਂ ਕਰਤੀ ਐਡੀ ਵੱਡੀ ਜਿਹੜੀ 50 ਫੁੱਟ ਦੇ ਉੱਤੇ ਕਿਸਾਨ ਆ ਗਏ। ਅਤੇ ਜਦੋਂ ਕੱਲ੍ਹ ਪਰਸੋਂ ਰਾਹੁਲ ਆਇਆ ਤਾਂ ਉਸ ਵੇਲੇ 5 ਕਿਲੋਮੀਟਰ ਤੱਕ ਦਾ ਸਾਰੇ ਪਾਸੇ ਰੋਡ ਜਾਮ ਸੀਗੇ, ਕੋਈ ਆਦਮੀ ਕਿਤੇ ਪਾਰਕਿੰਗ ਨਹੀਂ ਕਰ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਰਸਤੇ ਸਭ ਕਲੀਅਰ ਸੀ, ਕਿਤੇ ਕੋਈ ਪ੍ਰੋਬਲਮ। ਮੰਨ ਲਓ ਉਸ ਵੇਲੇ ਜਿਸ ਸਰਕਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਚਿੰਤਾ ਨਹੀਂ ਸੀ, ਉਹਨਾਂ ਨੂੰ ਆਪਣੇ ਉਸ ਨੇਤਾ ਦੀ ਚਿੰਤਾ ਸੀਗੀ। ਇਸ ਦੇ ਨਾਲ ਪਤਾ ਲੱਗ ਜਾਂਦਾ ਕਿ ਉਹ ਦੇਸ਼ ਨੂੰ ਜਾਂ ਪ੍ਰਦੇਸ਼ ਨੂੰ ਕੁਛ ਨਹੀਂ ਦੇ ਸਕਦੇ, ਕੋਈ ਅੱਛੀ ਸੋਚ ਦੇ ਮਾਲਿਕ ਨਹੀਂ ਹੈ। ਉਹ ਸਿਰਫ ਸਵਾਰਥ ਦੀ ਜ਼ਿੰਦਗੀ ਔਰ ਚਾਪਲੂਸੀ ਦੀ ਜ਼ਿੰਦਗੀ ਦੇ ਨਾਲ ਹੀ ਅੱਗੇ ਰਾਜਨੀਤੀ ਕਰ ਸਕਦੇ, ਚਾਪਲੂਸੀ ਕਰਕੇ ਅੱਗੇ ਆ ਸਕਦੇ ਨੇ। ਔਰ ਉਸ ਚਾਪਲੂਸੀ 'ਚੋਂ ਆਪਣਾ ਹਰ ਕੋਈ ਆਪਣਾ ਮੁੱਖ ਮੰਤਰੀ ਦਾ ਚਿਹਰਾ ਤਲਾਸ਼ਣ ਡਿਆ ਹੈ। ਸੋ ਅੱਜ ਭਾਰਤੀ ਜਨਤਾ ਪਾਰਟੀ 'ਚ ਲੋਕਾਂ ਦਾ ਵਿਸ਼ਵਾਸ ਬਣਿਆ, ਔਰ ਇਹ ਗਠਬੰਧਨ ਜਿਹੜਾ ਸਾਡਾ ਬਣਿਆ, ਐਨਡੀਏ ਦੇ ਵਿੱਚ 2 ਪਾਰਟੀਆਂ ਨਵੀਆਂ ਸ਼ਾਮਲ ਹੋਈਆਂ, ਨਵੀਆਂ ਬਣੀਆਂ, ਨਵੀਆਂ ਸ਼ਾਮਲ ਹੋਈਆਂ, ਉਹਨਾਂ ਦਾ ਵੀ ਸਵਾਗਤ ਹੈ। ਔਰ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਜਿੱਥੇ ਵੀ ਗਠਬੰਧਨ ਕੀਤਾ, ਉਹ ਚਾਹੇ ਉਹਨਾਂ ਦਾ ਇੱਕ ਮੈਂਬਰ ਵੀ ਕਿਉਂ ਨਾ ਹੋਏ, ਉਹਨਾਂ ਨੂੰ ਵੀ ਮਾਨ ਸਨਮਾਨ ਬਣਦਾ ਦਿੱਤਾ ਹੈ। ਰਿਪਬਲਿਕਨ ਪਾਰਟੀ ਦੇ ਵਿੱਚ ਤੁਸੀਂ ਅਠਾਵਲੇ ਜਿਹਨੂੰ ਦੇਖਦੇ ਸਿੰਗਲ ਮੈਨ ਨੇ, ਉਹਨਾਂ ਨੂੰ ਵੀ, ਔਰ ਦੂਸਰੀ ਵਾਰ ਤਾਂ ਰਾਜ ਸਭਾ 'ਚ ਵੀ ਉਹਨਾਂ ਨੇ ਬਣਾਇਆ। ਪਰ ਕਿਉਂ ਕਿ ਗਠਬੰਧਨ ਸਾਡਾ ਉਹਨਾਂ ਦੇ ਨਾਲ ਆ, ਔਰ ਉਸ ਗਠਬੰਧਨ ਦਾ ਧਰਮ ਨਿਭਾਉਂਦੇ ਹੋਏ ਉਹਨਾਂ ਦੀ ਮਦਦ ਕੀਤੀ ਹੈ। ਸਰ, ਜਿੱਦਾਂ ਕਿ ਕਿਸਾਨ ਮੁੱਦਾ ਬਹੁਤ ਹੱਦ ਤੱਕ ਭਾਜਪਾ ਨੇ ਹੱਲ ਕਰ ਲਿਆ, ਔਰ ਦੇਖਣ ਨੂੰ ਮਿਲਿਆ ਕਿ ਮੋਦੀ ਜੀ ਨੇ ਲਗਭਗ ਸਾਲ ਬਾਅਦ ਲੋਕਾਂ ਲਈ, ਆਮ ਜਨ ਲਈ ਕਿਤੇ ਨਾ ਕਿਤੇ ਇਹ ਵੀ ਕਿਹਾ ਕਿ ਮੈਂ ਮਾਫੀ ਮੰਗਦਾ ਕਿ ਮੈਂ ਸਮਝਾ ਨਹੀਂ ਪਾਇਆ। ਪਰ ਫਿਰ ਵੀ ਅੱਜ ਦੀ ਡੇਟ 'ਚ ਇਹ ਰਾਜਨੀਤਿਕ ਸਟੰਟ ਹੈ ਕਿ ਕੁਝ ਪਾਰਟੀਆਂ ਉਸ ਮੁੱਦੇ ਨੂੰ ਛੱਡਣਾ ਨਹੀਂ ਚਾਹ ਰਹੀਆਂ, ਜਾਂ ਜਿਹੜਾ ਮੋਦੀ ਜੀ ਦਾ ਲੇਟ ਫੈਸਲਾ ਕੋਈ ਇਸ ਬਾਰੇ ਕਰਨਾ ਉਹ 'ਚ ਅੱਗੇ ਆਉਂਦਾ ਜੀ। ਦੇਖੋ ਐਸਾ ਨਹੀਂ ਹੈ। ਸਾਡੇ ਸਾਂਝੀ ਜਿਹੜੇ ਜਿਹਨਾਂ ਨੂੰ ਭਾਈਚਾਰਕ ਸਾਂਝ ਸੀਗੀ, ਸਾਡੇ ਅਲਾਇੰਸ ਪਾਰਟਨਰ ਸੀ, ਉਹਨੇ ਸਾਨੂੰ ਧੋਖਾ ਦਿੱਤਾ ਹੈ। ਅਸੀਂ ਨਹੀਂ ਸਮਝਾ ਪਾਏ, ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਅਖੀਰ 'ਤੇ ਇਹ ਨਤੀਜਾ ਨਿਕਲਿਆ ਕਿ ਇਹ ਸੁਣਨ ਨੂੰ ਤਿਆਰ ਨਹੀਂ ਹੈ, ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ਇਸ ਕਰਕੇ ਕਿਉਂਕਿ ਉਹਦੇ ਸੁਣਨ ਨੂੰ ਨਹੀਂ ਹੈ, ਕਿਉਂਕਿ ਕਮਾਂਡ ਜਿਹੜੀ ਕੋਲ ਗਲਤ ਹੱਥਾਂ 'ਤੇ ਆ ਗਈ ਸੀ, ਔਰ ਉਹਨਾਂ ਦੀ ਵੀ ਗਾਹਾਂ ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਔਰ ਫੈਸਲਾ ਕੋਈ ਕਿਸੇ ਵੀ ਤਰੀਕੇ ਨਾਲ, ਕਿਉਂਕਿ 40 ਸੰਗਠਨ ਆ, ਉਹਨਾਂ ਆਪਸ ਵਿੱਚ ਇੱਕ ਰਾਏ ਨਹੀਂ ਸੀ। ਔਰ ਉਹਦਾ ਮੋਦੀ ਜੀ ਨੇ ਉਹਨਾਂ ਸਾਰਿਆਂ ਦਾ ਸਮਾਧਾਨ ਕਰਤਾ ਕਿ ਤੁਸੀਂ ਲੜੋ ਨਾ, ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰਤਾ, ਔਰ ਉਹਦੇ ਲਈ ਮਾਫੀ ਮੰਗ ਲਈ। ਅੱਜ ਕੀ ਹੋਇਆ 40 ਸੰਗਠਨਾਂ ਦਾ, ਅੱਜ ਸਾਰਿਆਂ ਦੇ ਮੂੰਹ ਵੱਖਰੇ ਹੋ ਗਏ। ਕੋਈ ਕਹਿੰਦਾ ਚੁਣਾਵ ਵਿੱਚੋਂ ਪਾਰਟੀਆਂ ਕੱਢਣ ਲੱਗ ਪਿਆ ਸੀ, ਤਾਂ ਪਹਿਲਾਂ ਕਹਿੰਦੇ ਸੀ ਇੱਥੇ ਰਾਜਨੀਤਿਕ ਦਲ ਬੈਠੇ ਆ, ਨਿਕਲਿਆ ਬਾਅਦ ਜਿਹਨਾਂ ਦੇ ਸਵਾਰਥ ਸੀ ਜਾਗ ਗਏ। ਜਿਹੜੀਆਂ ਪਾਰਟੀਆਂ ਲੈ ਕੇ ਗਈਆਂ ਸੀ ਕਿ ਅਸੀਂ ਨਾਲ ਲੈ ਆਵਾਂਗੇ, ਉਹ ਅਜੇ ਹੱਥ ਧਰ ਕੇ ਬੈਠ ਗਈਆਂ। ਸੋ ਇਹ ਜਿਹੜੇ ਆ ਕਿਸਾਨ ਜਿਹੜੇ ਅੱਜ ਵੀ ਤੁਸੀਂ ਦੇਖ ਲਓ ਕਿ ਕਿਸਾਨਾਂ ਦਾ ਝੰਡਾ ਲੈ ਕੇ ਅੰਦੋਲਨ ਕਰ ਜਾਂਦੇ ਆ, ਪਰ ਕਿਸਾਨਾਂ ਦੀ ਸਮੱਸਿਆ ਕੋਈ ਸਮੱਸਿਆ ਜਿਹੜੀ ਆ ਉਸ ਤਰ੍ਹਾਂ ਦੀ ਨਹੀਂ ਜਿਸ ਤਰੀਕੇ ਦੇ ਧਰਨੇ ਲੱਗ ਜਾਂਦੇ। ਕੋਈ ਸਿੱਖ ਸਮਾਜ ਦੀ ਕਮਿਊਨਿਟੀ ਦੀ ਗੱਲ ਹੁੰਦੀ ਹੈ ਤਾਂ ਝੰਡਾ ਕਿਸਾਨਾਂ ਦਾ ਲੱਗਾ ਹੁੰਦਾ। ਇਹ ਇੱਕ ਨਵਾਂ ਰਿਵਾਜ ਆ, ਜ਼ਰੂਰ ਸ਼ੁਰੂ ਕਰ ਲਿਆ। ਹੁਣ ਵੋਟਾਂ 'ਤੇ ਖੜ੍ਹੇ ਆ, ਦੇਖ ਲੈਣਾ ਕਿ 10 ਤਰੀਕ ਨੂੰ ਕਿੰਨੇ ਲੋਕ ਜਿੱਤੇ ਆ, ਔਰ ਕਿੰਨਿਆਂ ਨੇ ਇਹਦੇ 'ਤੇ ਅੱਗੇ ਆਣ ਕੇ ਜਿਹੜੇ ਦੇਸ਼ ਦੀ ਨੁਹਾਰ ਦੇ ਵਿੱਚ ਕੀਤਾ ਕੀ ਆ, ਕਿਸਾਨੀ ਲਈ ਕਰਨਾ ਕੀ ਆ, ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ। ਔਰ ਇਹ ਜਿਹੜਾ ਸਿਰਫ ਅੱਜ ਜਿਹੜਾ ਚਾਹੇ ਜੋ ਮਰਜ਼ੀ ਅਸੀਂ ਕਰੀਏ, ਗਠਬੰਧਨ ਨਵੇਂ ਕੀਤੇ ਆ, ਪਰ ਲੋਕਾਂ ਦਾ ਵਿਸ਼ਵਾਸ ਉਹਨਾਂ ਦਾ ਜਿੱਤਿਆ, ਔਰ ਕਿਸਾਨਾਂ ਦਾ ਵੀ ਨਾਲ ਵਿਸ਼ਵਾਸ ਜਿੱਤਿਆ। ਸਰ, ਤੁਸੀਂ ਮੈਂਬਰ ਪਾਰਲੀਮੈਂਟ ਵੀ ਰਹੇ, ਤੁਸੀਂ ਮੰਤਰੀ ਵੀ ਰਹੇ, ਤੁਸੀਂ ਸਰ ਇਸ ਟਾਈਮ ਵੀ ਸਰ ਇੱਕ ਸੰਵਿਧਾਨਿਕ ਪਦ 'ਤੇ ਹੋ, ਔਰ ਜਿਹੜਾ ਸਰ ਤੁਸੀਂ ਹੁਣ ਵਿਧਾਇਕ ਫਗਵਾੜਾ 'ਚ ਲੜ ਰਹੇ ਹੋ ਜੀ, ਜਿਹੜਾ ਇਲੈਕਸ਼ਨ ਤੁਹਾਨੂੰ ਪਾਰਟੀ ਨੇ, ਸਾਨੂੰ ਸਰ ਜਾਣਕਾਰੀ ਮਿਲੀ ਕਿ ਤੁਸੀਂ ਆਪਣੇ ਬੇਟੇ ਲਈ ਇਹ ਸੀਟ ਮੰਗਦੇ ਸੀ। ਮੈਂ ਇਹ ਸੀਟ ਨਹੀਂ ਸੀ ਮੰਗਦਾ, ਮੈਂ ਸ਼ਾਮ 84 ਤੋਂ ਮੰਗਦਾ ਸੀ, ਔਰ ਮੈਂ ਤਾਂ ਇੰਟਰਸਟਡ ਵੀ ਨਹੀਂ ਸੀ। ਪਾਰਟੀ ਦਾ ਹੁਕਮ ਮੈਂ ਲੜ ਰਿਹਾ, ਬੇਟਾ ਮੇਰਾ ਸ਼ਾਮ 84 ਤੋਂ ਇੰਟਰਸਟਡ ਸੀ, ਪਰ ਪਾਰਟੀ ਨੇ ਇੱਕ ਡਿਸੀਜਨ ਕੀਤਾ ਕਿ ਕਿਸੇ ਦੇ ਵੀ ਬੇਟੇ ਨੂੰ, ਬੇਟੀ ਨੂੰ, ਧਰਮ ਪਤਨੀ ਨੂੰ, ਭਤੀਜੇ ਨੂੰ, ਭਰਾ ਨੂੰ ਟਿਕਟ ਨਹੀਂ ਦੇਣੀ। ਤਾਂ ਉਸ ਦਾ ਫੈਸਲੇ ਦਾ ਅਸੀਂ ਵੀ ਉਸ ਨੂੰ ਸਵੀਕਾਰ ਕੀਤਾ ਹੈ। ਸਰ, ਜਿੱਦਾਂ ਆਪਾਂ ਸਵੇਰ ਦੇ ਅੱਜ ਤੁਹਾਡੇ ਫਗਵਾੜਾ ਤੋਂ ਗਰਾਊਂਡ ਲੈਵਲ ਤੇ ਰੂਬਰੂ ਹੋ ਰਹੇ ਨੇ ਲੋਕਾਂ ਨਾਲ, ਲੋਕਾਂ ਦੇ ਅੰਦਰ ਇਹ ਆਵਾਜ਼ ਹੈ ਜਿੱਦਾਂ ਕਿ ਫਗਵਾੜਾ ਕਪੂਰਥਲਾ ਡਿਸਟ੍ਰਿਕਟ 'ਚ, ਔਰ ਕਪੂਰਥਲੇ ਦੇ ਐਮਐਲਏ ਜਿਹੜੇ ਕਾਂਗਰਸੀ ਵਿਧਾਇਕ ਰਾਣਾ ਜੀ ਆਪਣੇ ਬੇਟੇ ਨੂੰ ਸੁਲਤਾਨਪੁਰ ਤੋਂ ਲੜਾ ਰਹੇ ਆਜ਼ਾਦ, ਔਰ ਪਾਰਟੀ ਦੇ ਕਿਤੇ ਨਾ ਕਿਤੇ ਅੰਦਰ ਖਾਤੇ ਉਹਨਾਂ ਨੇ ਪੂਰਾ ਸਰ ਜ਼ੋਰ ਲਾਇਆ ਪਿਆ ਕਿ ਮੇਰਾ ਬੇਟਾ ਉੱਥੋਂ। ਤੁਸੀਂ ਸਰ ਪਾਰਟੀ ਨੂੰ ਨਹੀਂ ਸਮਝਾ ਪਾਇਆ ਕਿ ਜੇ ਸ਼ਾਮ 84 ਟਿਕਟ ਨਹੀਂ ਮਿਲੀ ਮੇਰੇ ਬੇਟੇ ਨੂੰ ਤਾਂ ਫਗਵਾੜੇ ਤੋਂ ਦਿੱਤੀ ਜਾਵੇ, ਮੈਂ ਪੂਰੀ ਸਪੋਰਟ ਕਰਾਂਗਾ ਆਪਣੇ ਬੇਟੇ ਨੂੰ ਜਿਤਾਉਣ ਲਈ। ਦੇਖੋ, ਪਾਰਟੀ ਦਾ ਡਿਸੀਜਨ ਇਹ ਨਹੀਂ ਸੀ ਕਿ ਕਿੱਥੋਂ ਦੇਣੀ ਕਿੱਥੋਂ ਨਹੀਂ ਦੇਣੀ।
ਪਾਰਟੀ ਦਾ ਡਿਸੀਜਨ ਸੀ ਕਿ ਪਰਿਵਾਰ 'ਚ ਅਸੀਂ ਨਹੀਂ ਦੇਣੀ, ਕਿਸੇ ਦੇ ਵੀ ਬੇਟੇ ਨੂੰ ਨਹੀਂ ਦੇਣੀ, ਭਾਈ ਭਰਾ ਨੂੰ ਨਹੀਂ ਦੇਣੀ, ਪਤਨੀ ਨੂੰ ਨਹੀਂ ਦੇਣੀ, ਬੇਟੀ ਨੂੰ ਨਹੀਂ ਦੇਣੀ। ਤਾਂ ਜੇ ਉਹਦੇ 'ਚ ਆਇਆ ਤੇ ਮੈਨੂੰ ਵੀ ਪਾਰਟੀ ਦਾ ਫੈਸਲਾ ਤਾਂ ਮਨਜ਼ੂਰ ਹੈ। ਪਾਰਟੀ ਦਾ ਜਾਂ ਤਾਂ ਹੋਵੇ ਨਾ ਕਿ ਮੇਰੀ ਰੋਕੀ ਤਾਂ ਬਾਕੀਆਂ ਨੂੰ ਦਿੱਤੀ, ਜੇ ਸਾਰਿਆਂ ਨੂੰ ਦੀ ਰੋਕੀ ਹੈ ਤੇ ਇੱਕ ਪਾਲਿਸੀ ਬਣਾ ਲਈ ਪਾਰਟੀ ਨੇ, ਪਾਲਿਸੀ ਨੇ ਜੋ ਪਾਰਟੀ ਨੇ ਪਾਲਿਸੀ ਬਣਾਈ ਸਾਨੂੰ ਸਵੀਕਾਰ ਹੈ, ਔਰ ਉਸ ਤਹਿਤ ਹੀ ਅਸੀਂ ਬੇਟਾ ਕਿੱਥੋਂ ਲੜੇਗਾ, ਮੈਂ ਕਿੱਥੋਂ ਲੜੇਗਾ, ਸਾਡਾ ਤਹਿ ਤੁਹਾਨੂੰ ਪਾਰਟੀ ਨੇ ਤੈਅ ਕੀਤਾ ਸੀ, ਮੰਨ ਲਿਆ। ਸਰ ਚੁਣਾਵੀ ਦੌਰ ਵਿੱਚ ਬਹੁਤ ਇਲਜ਼ਾਮ ਵੀ ਲੱਗ ਰਹੇ ਨੇ ਕਈ ਲੋਕਾਂ ਤੇ, ਜਿੱਦਾਂ ਕੱਲ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਸਿਸਟਰ ਨੇ ਹੀ ਇਲਜ਼ਾਮ ਲਗਾਏ, ਜਾਂ ਤੁਹਾਡੇ ਸ਼ਹਿਰ ਤੋਂ ਹੀ ਜਿਹੜੇ ਕਾਂਗਰਸ ਦੇ ਉਮੀਦਵਾਰ ਆ ਉਹਨਾਂ ਨੇ ਹੀ ਕਪੂਰਥਲਾ ਡਿਸਟ੍ਰਿਕਟ ਦੇ ਐਮਐਲਏ ਤੇ ਲੈਟਰ ਬੰਬ ਸੁੱਟਿਆ, ਜਿਹਦੇ 'ਚ ਵੀ ਉਹਨਾਂ ਨੇ ਕਿਹਾ ਜੀ ਉਹ ਮੇਰੇ ਇਲਾਕੇ 'ਚ ਘੁਸਪੈਠ ਕਰਦੇ ਨੇ, ਜਾਂ ਕਈ ਚੀਜ਼ਾਂ ਹੋਰ ਵੀ ਦਾਅਵੇ ਕੀਤੇ। ਸਰ ਤੁਸੀਂ ਫਗਵਾੜਾ ਦੀ ਗੱਲ ਕਰੀਏ ਤਾਂ ਰਾਜਨੀਤਿਕ ਦਲ ਜਿਹੜੇ ਹੋਰ ਬੰਦੇ ਕੈਂਡੀਡੇਟ ਖੜੇ ਨੇ ਉਹਨਾਂ ਬਾਰੇ ਸਰ ਤੁਹਾਡਾ ਕੀ ਵਿਚਾਰ ਆ? ਦੇਖੋ, ਮੈਂ ਕਿਸੇ ਦੇ ਵੀ ਵਿਅਕਤੀਗਤ ਦੇ ਵਿੱਚ ਨਹੀਂ ਪੈਂਦਾ। ਮੇਰੀ ਕੋਈ ਜੰਗ ਜਾਂ ਚੁਣਾਵ ਕਿਸੇ ਦੇ ਨਾਲ ਮੇਰੀ ਵਿਅਕਤੀਗਤ ਲੜਾਈ ਥੋੜ੍ਹਾ। ਰਾਜ ਕਰਨ ਦੀ ਜਿਹੜੀ ਨੀਤੀ ਬਣਾਉਂਦੇ, ਅਸੀਂ ਕੋਈ ਪਾਲਿਸੀ ਬਣਾਉਂਦੇ, ਜਿਹੜੀ ਵਿਚਾਰਧਾਰਾ ਬਣਾਉਂਦੇ ਆ, ਉਸ ਨੂੰ ਰਾਜ ਕਰਨ ਦੇ ਲਈ ਇੱਕ ਬਣਾਈ ਗਈ ਵਿਚਾਰਧਾਰਾ ਨੀਤੀ ਨੂੰ ਜਿਹੜਾ ਆ ਉਹਨੂੰ ਮਿਲਾ ਕੇ ਅਸੀਂ ਰਾਜਨੀਤੀ ਕਹਿੰਦੇ ਆ। ਔਰ ਅਸੀਂ ਕਿਸੇ ਦੀ ਵਿਅਕਤੀਗਤ ਲੜਾਈ ਨਹੀਂ ਲੜਦੇ, ਅਸੀਂ ਗੁਰੂਆਂ ਦਾ ਉਹ ਸੰਦੇਸ਼, ਭਾਈਚਾਰਕ ਸਾਂਝ ਜਿਹੜੀ ਆ, ਉਹ ਸਾਂਝੀਵਾਲਤਾ ਦੀ ਜਿਹੜੀ ਆ ਗੱਲ ਕਰਨ ਵਾਲੇ ਆ, ਤੇ ਇਸ ਕਰਕੇ ਸਾਡਾ ਭਾਈਚਾਰਕ ਸਾਂਝ ਕਿਤੇ ਖਰਾਬ ਨਹੀਂ। ਕਾਂਗਰਸ ਪਾਰਟੀ ਦੀ ਕੀ ਵਿਚਾਰਧਾਰਾ, ਅਸੀਂ ਉਹਦੇ ਖਿਲਾਫ ਹੈ। ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਹੀ ਕੋਈ ਨਹੀਂ, ਉਹਨੇ ਸੱਤਾ ਹਾਸਲ ਕਰਨੀ ਹੈ, ਉਹ ਹੈ। ਅਕਾਲੀ ਦਲ ਦੀ ਵੀ ਸਾਰਿਆਂ ਦੀ ਹੈ। ਮੈਂ ਤਾਂ ਇਹ ਕਹਾਂਗਾ ਕਿ ਚੁਣਾਵ ਜਿੰਨੀਆਂ ਵੀ ਪਾਰਟੀਆਂ ਲੜ ਰਹੀਆਂ ਸਾਰੀਆਂ ਵਿਚਾਰਧਾਰਾ ਸਿਰਫ ਸੱਤਾ ਹਾਸਲ ਕਰਨਾ, ਉਹ ਕਿੱਦਾਂ ਮਿਲਣੀ ਉਹਦੇ ਤੋਂ ਤਰੀਕੇ ਲੱਭਣਾ ਹੈ, ਉਹਨਾਂ ਕੋਲ ਵਿਚਾਰਧਾਰਾ ਕੋਈ ਨਹੀਂ। ਇਸ ਕਰਕੇ ਸਾਡਾ, ਅਸੀਂ ਕਿਸੇ ਨੂੰ ਵੀ ਅਲੱਗ ਤਰ੍ਹਾਂ ਦੀ ਚੁਣੌਤੀ ਹੈ। ਅਸੀਂ ਤਾਂ ਨਵਾਂ ਪੰਜਾਬ ਜਿਹੜਾ ਭਾਜਪਾ ਦੇ ਨਾਲ ਬਣਾ, ਭਾਵ ਲੋਕਾਂ ਦੀ ਉਸਾਰੂ ਸੋਚ ਨੂੰ ਨਿਰਮਾਣ ਕਰਨਾ ਸਾਡਾ। ਔਰ ਇਸ ਕਰਕੇ ਕੌਣ ਕੀ ਹੈ, ਕੈਂਡੀਡੇਟ ਕਿਹਦੇ ਨਾਲ ਲੜਿਆ, ਔਰ ਕਾਂਗਰਸ ਦੇ ਵਿੱਚ ਤਾਂ ਸਾਰੇ ਹੀ ਲੜੀ ਜਾਂਦੇ ਆਪਸ ਵਿੱਚ। ਉਹਨਾਂ ਦੇ ਤਾਂ ਮੁੱਖ ਮੰਤਰੀ ਦੇ ਚਿਹਰੇ ਜਿਹੜੇ ਦਿੱਤੇ ਉਹਨਾਂ ਦਾ ਪਤਾ ਨਹੀਂ, ਉਹ ਇੱਕ ਦੂਸਰੇ ਦੀ ਟੰਗ ਖਿੱਚਣ ਰਹੇ ਆ। ਉਹ ਕਹਿੰਦਾ ਮੈਂ ਬਣਨਾ, ਕਹਿੰਦਾ ਮੈਂ ਬਣਨਾ, ਕਹਿੰਦਾ ਮੈਂ ਬਣਨਾ। ਸੋ ਇਹ ਕਿਤੇ ਵੀ ਜਿਹੜਾ ਉਹ ਸਹੀ ਦਿਸ਼ਾ ਵੱਲ ਨੂੰ ਉਹਨਾਂ ਦਾ ਕੋਈ ਵੀ ਸੋਚ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਕੰਪੀਟੀਸ਼ਨ 'ਚ ਨਹੀਂ ਰੱਖਣਾ ਚਾਹੀਦਾ। ਇਹ ਅਲੱਗ ਸੋਚ ਦੇ ਉੱਤੇ ਅਸੀਂ ਭਾਰਤੀ ਜਨਤਾ ਪਾਰਟੀ ਕੰਮ ਕਰੇਗੀ। ਉਹਨਾਂ ਦੀਆਂ ਚੁਣੌਤੀਆਂ ਨੂੰ ਅਸੀਂ ਸਵੀਕਾਰ ਕਰਾਂ। ਚੁਣਾਵ ਤਾਂ ਵੈਸੇ ਹੀ ਜਿਹੜੀ ਆ ਚੁਣੌਤੀ ਹੁੰਦੀ ਆ, ਉਹਨੂੰ ਸਵੀਕਾਰ ਕਰਾਂ। ਸਰ ਜਿੱਦਾਂ ਕਿ ਦੇਖਿਆ ਜਾ ਰਿਹਾ ਹਰ ਇੱਕ ਮੁਲਕ ਵਿੱਚ, ਸਰ ਜਿੱਦਾਂ ਆਪਣੇ ਕੇਂਦਰ ਵਿੱਚ ਸਰਕਾਰ ਆ ਔਰ ਸਾਡੇ ਰਾਜ ਵਿੱਚ ਵੀ ਸਰਕਾਰ ਹੋਵੇ, ਤੇ ਸਰ ਫਿਰ ਸਾਡਾ ਜਿਹੜਾ ਪੰਜਾਬ ਪ੍ਰਦੇਸ਼ ਹੈ ਸਰ ਵਿਕਾਸ ਕਰੂਗਾ। ਤੁਸੀਂ ਸਰ ਆਮ ਜਨਤਾ ਨੂੰ ਇੱਕ ਕੀ ਸੰਦੇਸ਼, ਫਗਵਾੜਾ ਦੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਉਹ ਭਾਜਪਾ ਨੂੰ ਵੋਟ ਪਾਣ ਔਰ ਸੈਂਟਰ ਔਰ ਪੰਜਾਬ ਦੀ ਸਰਕਾਰ ਸੇਮ ਹੋਵੇ ਤੇ ਪੰਜਾਬ ਦਾ ਵਿਕਾਸ ਹੋਵੇ? ਮੈਂ ਤਾਂ ਇਹ ਕਹਾਂਗਾ ਕਿ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ, ਚਾਹੇ ਅਕਾਲੀ ਦਲ ਦੇ ਕੋਲ ਸੀ, ਕਿਉਂਕਿ ਅਸੀਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਛੋਟਾ ਜਿਹਾ ਹਿੱਸਾ ਸੀ, ਤੁਸੀਂ ਵੀ ਜਾਣਦੇ ਹੋ। ਸਾਰੇ ਕਹਿੰਦੇ ਸੀ ਕਿ ਉਹਨਾਂ ਨੂੰ ਥੱਲੇ ਲਾ ਕੇ ਕੰਮ ਕਰਨਾ ਪਿਆ ਜੀ, ਬਹੁਤ ਸਾਰੀਆਂ ਚੀਜ਼ਾਂ ਅਸੀਂ ਕਹਿ ਰਹੀਏ। ਅੱਜ ਅਸੀਂ ਜਿਹੜਾ ਅਲੱਗ ਤੌਰ 'ਤੇ ਲੜ ਰਹੇ, ਅਕਾਲੀਆਂ ਦੇ ਤੌਰ ਦੇ ਉੱਤੇ ਵੀ ਲੋਕਾਂ ਦਾ, ਇੰਡਸਟਰੀ ਦਾ ਕਿਸੇ ਦਾ ਵੀ ਵਿਸ਼ਵਾਸ ਨਹੀਂ ਬਣਿਆ ਕਿ ਉਹ ਇੱਥੇ ਪੰਜਾਬ 'ਚ ਆਣ ਕੇ ਇਨਵੈਸਟ ਕਰਨ। ਉਹਨਾਂ ਦੀਆਂ ਰਾਏ, ਅਸੀਂ ਬਹੁਤ ਜਗ੍ਹਾ 'ਤੇ ਜਾਂਦੇ ਵੀ ਸੀ ਤਾਂ ਕਹਿੰਦੇ ਜੀ CM ਸਾਹਿਬ ਜੀ ਕਿਹਨਾਂ ਦਾ, ਉਹਨਾਂ ਦਾ ਰਾਜਨੀਤੀ ਉਹਨਾਂ ਦੀ ਚੱਲਣੀ ਹੈ, ਤੁਹਾਡਾ ਕੀ ਚੱਲਣਾ ਹੈ, ਤੁਹਾਡੇ ਤੇ ਸਾਡੇ ਤੇ ਵਿਸ਼ਵਾਸ ਕਾਹਦੇ ਲਈ ਕਰੀਏ, ਉਹਨਾਂ ਤੇ ਕਰਦੇ। ਤੇ ਇਸ ਕਰਕੇ ਵੱਡਾ ਕੋਈ ਵੀ ਕਰਾਉਣਾ ਇੱਥੇ ਇਨਵੈਸਟਮੈਂਟ ਕਰਨਾ ਨੇ। ਕਾਂਗਰਸ ਦੇ ਰਾਜ 'ਤੇ ਜਿਹੜੇ ਇੱਥੇ ਚਾਰ ਕਰਦੇ ਸੀ ਕੰਮ, ਇੰਡਸਟਰੀਆਂ, ਉਹ ਵੀ ਬਾਹਰ ਪਲਾਨ ਕਰ ਗਈਆਂ। ਸਾਰੇ ਪੰਜਾਬ ਦੀ ਇੰਡਸਟਰੀ, ਚਾਹੇ ਸਾਈਕਲ ਇੰਡਸਟਰੀ, ਹੌਜਰੀ ਇੰਡਸਟਰੀ, ਸਪੋਰਟਸ ਇੰਡਸਟਰੀ, ਠੀਕ, ਜੋ ਪੰਜਾਬ ਦੇ ਵਿੱਚ ਇੱਥੇ ਚੱਲਦੀਆਂ, ਸਰਜੀਕਲ ਜਿਹੜੀਆਂ ਇਕਵਿਪਮੈਂਟ ਬਣਾਉਂਦੇ, ਸਾਰੀ ਇੰਡਸਟਰੀ ਜਿਹੜੀ ਇੱਥੋਂ ਪਲਾਨ ਕਰਕੇ ਦੂਸਰੇ ਪ੍ਰਦੇਸ਼ਾਂ ਚਲੀ ਗਈ। ਕਿਉਂ ਕਿ ਉੱਥੋਂ ਦੀਆਂ ਸਰਕਾਰਾਂ ਨੇ ਜਿਹੜੀ ਹੈ ਵਿਸ਼ਵਾਸ ਜਤਾਇਆ। ਸਰਕਾਰਾਂ ਕਿੱਥੇ ਚਲੇ ਗਈਆਂ, ਉਹ ਕਿਤੇ ਜਾਂ ਤਾਂ UP ਚਲੇ ਗਏ ਅਤੇ ਜਾਂ ਗੁਜਰਾਤ ਚਲੇ ਗਏ, ਕਿਉਂਕਿ ਉਹਨਾਂ ਨੂੰ ਇਨਸੈਂਟਿਵ, ਜਾਂ ਉਹ ਸ਼ਿਮਲੇ ਵੱਲ ਜਾ ਰਹੇ, ਜਾਂ ਹੁਣ ਜੰਮੂ ਕਸ਼ਮੀਰ ਵੱਲ ਜਾ ਰਹੇ। ਉਹਨਾਂ ਨੂੰ ਉਸ ਪਾਸੇ ਜਾ ਰਹੇ, ਪੰਜਾਬ 'ਚੋਂ ਕਿਉਂ ਹੁੰਦੇ ਜਾ ਰਹੇ? ਕਿਉਂਕਿ ਇੱਥੇ ਦੀਆਂ ਸਰਕਾਰਾਂ ਨੇ ਵਿਸ਼ਵਾਸ ਨਹੀਂ ਪੈਦਾ ਕੀਤਾ, ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਵਿਸ਼ਵਾਸ ਪੈਦਾ ਕਰੇਗੀ। ਸੋ ਸਾਡੇ ਲਈ ਤਾਂ, ਮੈਂ ਤਾਂ ਇਹ ਫਗਵਾੜਾ ਵਾਸੀਆਂ ਨੂੰ ਕਹਾਂਗਾ ਕਿ ਭਾਰਤੀ ਜਨਤਾ ਪਾਰਟੀ ਆਏਗੀ ਅਤੇ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਵੀ ਪੂਰਾ ਕਰੇਗੀ। ਉਹਦੇ 'ਚ ਮੈਡੀਕਲ ਸੁਵਿਧਾਵਾਂ, ਸੁਪਰ ਸਪੈਸ਼ਲਿਟੀ, ਜਿਹੜਾ ਇੱਥੇ ਕੋਈ ਹੌਸਪੀਟਲ ਹੋਵੇ ਉਹਦੀ ਵੀ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ, ਉਹ ਵੀ ਤੁਹਾਡੀਆਂ ਆਸ਼ਾਵਾਂ ਦੇ ਉੱਤੇ ਖਰਾ ਉਤਰਿਆ ਜਾਏਗਾ। ਔਰ ਚਾਹੇ ਤੁਹਾਡੀ ਇੱਥੇ ਕੋਈ ਵੀ ਹੋਰ ਸਮੱਸਿਆ ਹੈ, ਉਹਦੀ ਹੱਲ ਕਰਾਂਗੇ। ਔਰ ਹੱਲ ਕਰਨ ਦੇ ਨਾਲ ਨਾਲ ਇੱਥੇ ਕੋਈ ਅੱਛੀ ਇੰਡਸਟਰੀ ਪੰਜਾਬ 'ਚ ਆਏ,
ਉਹਦੇ ਲਈ ਕੰਮ ਕਰਾਂਗੇ। ਅੱਛੇ ਜਿਹੜੇ ਉਦਯੋਗ ਲੱਗਣ ਜਿਹੜੇ ਕਿ ਖੇਤੀ ਆਧਾਰਿਤ ਹੋਣ ਉਹ ਕਰਾਂਗੇ। ਔਰ ਹਰੇਕ ਦਾ ਮਾਨ ਸਨਮਾਨ, ਚਾਹੇ ਉਹ ਲੇਬਰ ਕਲਾਸ ਦਾ ਵਿਅਕਤੀ ਹੈ, ਚਾਹੇ ਉਹ ਵਪਾਰੀ ਹੈ, ਚਾਹੇ ਉਹ ਛੋਟੇ ਤੋਂ ਛੋਟਾ ਜਿਹੜਾ ਕਾਰਜਕਰਤਾ ਵੀ ਆ, ਉਹਦੇ ਲਈ ਵੀ ਬਹੁਤ ਸਾਰੀਆਂ ਯੋਜਨਾ ਕੇਂਦਰ ਨੇ ਵੀ ਲਿਆਂਦੀਆਂ ਔਰ ਉਸੇ ਆਧਾਰ ਦੇ ਉੱਤੇ ਪੰਜਾਬ ਦੀਆਂ ਵੀ ਯੋਜਨਾ ਬਣਾਈਆਂ ਜਾਣਗੀਆਂ। ਐਸਾ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ। ਔਰ ਇਹਦੇ ਲਈ ਕੋਈ ਕੰਮ ਕਰਨ ਦੇ ਲਈ ਇੱਕੋ ਇੱਕ ਪਾਰਟੀ ਹੈ, ਭਾਰਤੀ ਜਨਤਾ ਪਾਰਟੀ। ਬਾਕੀ ਸਾਰੇ ਤੁਹਾਨੂੰ ਲੁਭਾਵਨੇ ਜਿਹੜੇ ਆ ਉਹ ਵਾਅਦੇ ਕਰ ਸਕਦੇ ਨੇ। ਕੋਈ ਕਹੇਗਾ ਅਸੀਂ ਕਰਜ਼ਾ ਮਾਫ ਕਰ ਦਿਆਂਗੇ, ਕੋਈ ਕਹੇਗਾ ਅਸੀਂ ਤੁਹਾਨੂੰ ਪੰਜਾਬ ਦਾ ਆ ਕਰ ਦਿਆਂਗੇ, ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਜਿਹੜਾ ਅਸੀਂ ਸਾਰਾ ਬਿਜਲੀ ਜਿਹੜੀ ਆ 500 ਯੂਨਿਟ ਮਾਫ ਕਰ ਦਿਆਂਗੇ, ਕੋਈ 300 ਕਹੀ ਜਾਂਦਾ, ਕੋਈ 2000 ਮਹਿਲਾ ਨੂੰ ਦੇਈ ਜਾਂਦਾ। ਉਹ ਚੀਜ਼ਾਂ ਨੂੰ ਛੱਡ ਕੇ ਝੂਠੇ ਵਾਅਦੇ ਪਹਿਲਾਂ ਵੀ ਕੀਤੇ ਔਰ ਝੂਠੇ ਵਾਅਦੇ ਕਦੀ ਪੂਰੇ ਨਹੀਂ ਹੋਏ, ਤੁਹਾਨੂੰ ਵੀ ਪਤਾ ਹੈ। ਇਸ ਕਰਕੇ ਮੈਂ ਕਹਾਂਗਾ ਕਿ ਵਿਸ਼ਵਾਸ ਇਹਨਾਂ ਦੇ ਉੱਤੇ ਨਾ ਕਰੋ। ਇਹ ਤੁਹਾਡੇ ਅਜਮਾਏ ਹੋਏ ਗਲਤ ਤਰੀਕੇ ਦੇ ਉਹ ਕਿਤੇ ਵੀ ਤੁਹਾਡੀ ਇੱਛਾਵਾਂ ਦੇ ਉੱਤੇ ਖੜੇ ਨਹੀਂ ਹੋਏ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹਮੇਸ਼ਾ ਤੁਹਾਡੀਆਂ ਆਸ਼ਾਵਾਂ ਇੱਛਾਵਾਂ ਦੇ ਉੱਤੇ ਖਰਾ ਉਤਰੀ ਹੈ। ਔਰ ਮੈਂ ਆਪਣੇ ਤੌਰ ਤੇ ਵੀ ਮੈਂ ਕਹਾਂਗਾ ਕਿ ਮੈਂ ਜਿਹੜਾ ਇੱਥੇ ਫਗਵਾੜਾ ਵਾਸੀਆਂ ਦੇ ਲਈ ਜਾਂਚਿਆ ਪਰਖਿਆ ਤੇ ਖਰਾ ਉਤਰਿਆ। ਔਰ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਜਿਹੜੀ ਕਮਲ ਦੇ ਫੁੱਲ ਦਾ ਜਿਹੜਾ ਬਟਨ ਜਿਹੜਾ ਉਹਨੂੰ ਵੋਟ ਪਾ ਕੇ 20 ਤਰੀਕ ਨੂੰ ਜਿਹੜਾ ਭਾਜਪਾ ਦੀ ਸਰਕਾਰ ਲਿਆਈਏ ਔਰ ਪੰਜਾਬ ਨੂੰ ਖੁਸ਼ਹਾਲ ਬਣਾਈਏ। ਬਹੁਤ ਬਹੁਤ ਧੰਨਵਾਦ। ਇਹ ਸੀਗੇ ਜੀ ਵਿਜੇ ਸਾਂਪਲਾ ਜੀ, ਫਗਵਾੜਾ ਤੋਂ ਭਾਜਪਾ ਦੇ ਉਮੀਦਵਾਰ। ਇਹਨਾਂ ਨੇ ਆਮ ਜਨ ਤੋਂ ਇਹੋ ਮੰਗ ਕੀਤੀ ਕਿ ਜੇ ਮੋਦੀ ਰਾਜ ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਏਗੀ ਤੇ ਚੌਤਰਫਾ ਵਿਕਾਸ ਹੋਏਗਾ। ਆਉਣ ਵਾਲੇ ਟਾਈਮ 'ਚ ਹੋਰ ਨਵੀਆਂ ਵੀਡੀਓ ਲੈ ਕੇ ਤੁਹਾਡੇ ਅੱਗੇ ਰੂਬਰੂ ਹੋਊਂਗਾ। ਅੰਕਿਤ ਗੁਪਤਾ ਜੀ ਦੇ ਨਾਲ ਜਤਿਨ ਅਰੋੜਾ, ਲੀਡ ਅਪ ਸੋਸ਼ਲੀ ਚੈਨਲ।